ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਿਨਾਂ ਦੀ ਅਪਾਰ ਕਿਰਪਾ ਦੇ ਨਾਲ ਲੜੀਵਾਰ ਸੰਥਿਆ ਕਲਾਸ ਜੋ ਕਿ ਰੋਜ਼ਾਨਾ ਚੱਲਦੀ ਏ, ਅੱਜ ਦੇ ਇਸ ਪਾਵਨ ਗੁਰੂ ਸ਼ਬਦ ਦੀ ਵਿਚਾਰ ਸੁਖਮਨੀ ਸਾਹਿਬ ਜੀ ਦੀ 17ਵੀਂ ਅਸ਼ਟਪਦੀ ਸ਼ਲੋਕ ਆਦ ਸੱਚ ਜੁਗਾਦ ਸੱਚ। ਆਪ ਸਭਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਪਾਵਨ ਸ਼ਲੋਕ ਜਿੱਥੇ ਜਪਜੀ ਸਾਹਿਬ ਦੀ ਆਰੰਭਤਾ ਦੇ ਅੰਦਰ ਆਉਂਦਾ ਹੈ, ਉੱਥੇ ਹੀ ਸੁਖਮਨੀ ਸਾਹਿਬ ਜੀ ਦੀ ਇਸ ਅਸ਼ਟਪਦੀ ਦੇ ਨਾਲ ਵੀ ਦਰਜ ਹੈ। ਜਦੋਂ ਵੀ ਕੋਈ ਸ਼ਲੋਕ, ਕੋਈ ਸ਼ਬਦ, ਕੋਈ ਪੰਕਤੀ ਦੂਸਰੀ ਜਗ੍ਹਾ ਤੇ ਆਉਂਦੀ ਹੈ ਤੇ ਉਸ ਤੇ ਆਉਣ ਤੋਂ ਪਹਿਲਾਂ ਉਹਨਾਂ ਸ਼ਬਦਾਂ ਦੇ ਅੰਦਰ ਕੁਝ ਭਿੰਨ ਭੇਦ, ਕੁਝ ਲੱਗ ਦਾ ਫਰਕ ਜ਼ਰੂਰ ਹੋ ਜਾਂਦਾ ਹੈ। ਬਿਹਾਰੀ ਸਿਹਾਰੀ, ਔਂਕੜ ਦੜੈਂਕਰ, ਲਾਂ ਦਲਾਂ ਇਤਿਆਦਿ। ਇਸੇ ਤਰ੍ਹਾਂ ਜਪਜੀ ਸਾਹਿਬ ਦੇ ਅੰਦਰ ਇਹ ਪਾਵਨ ਸ਼ਲੋਕ ਹੈ ਭੀ ਸੱਚ ਹੈ ਤੇ ਇੱਥੇ ਹੈ ਭੇ ਸੱਚ ਹੈ। ਭਾਵ ਉਸ ਵਾਹਿਗੁਰੂ ਪ੍ਰਮਾਤਮਾ ਦੀ ਗੱਲ ਹੈ ਕਿ ਉਹ ਹਮੇਸ਼ਾ ਸਦੀਵ ਕਾਲ ਸੱਚ ਹੀ ਰਹਿੰਦਾ ਹੈ। ਅਸ਼ਟਪਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਨਤਾ, ਬੁੱਝਣ ਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਚਰਨ ਸਤ ਸਤ ਪਰਸਨਹਾਰ, ਜਿਹੜਾ ਉਸ ਵਾਹਿਗੁਰੂ ਗੁਰ ਸ਼ਬਦ ਰੂਪ ਚੰਗੇ ਖਿਆਲ ਰੂਪ, ਜਿਹੜੇ ਸਤ ਭਾਵ ਸਦਾ ਸਥਿਰ ਰਹਿਣ ਵਾਲੇ ਖਿਆਲ ਨੇ, ਉਹਨਾਂ ਨੂੰ ਪਰਸਦਾ ਏ, ਉਹੀ ਅਸਲ ਦੇ ਵਿੱਚ ਸਿੱਖ ਹੈ, ਸੇਵਾਦਾਰ ਹੈ, ਉਹੀ ਗੁਰੂ ਦੇ ਦਰ ਦਾ ਅਸਲ ਸੇਵਕ ਹੈ, ਪ੍ਰਮਾਤਮਾ ਦੇ ਦਰ ਦਾ ਅਸਲ ਸੇਵਕ ਹੈ। ਜਿਹੜੇ ਵਾਹਿਗੁਰੂ ਪ੍ਰਮਾਤਮਾ ਦੇ ਸਤ ਸਤ ਚਰਨ ਬਾਣੀ ਰੂਪ ਨੂੰ ਸੇਵਦਾ ਹੈ, ਪੂਜਾ ਸਤ ਸਤ ਸੇਵਦਾਰ, ਵਾਹਿਗੁਰੂ ਨੂੰ ਪੂਜਣਾ ਹੀ ਪੂਜਾ ਹੈ ਤੇ ਉਸ ਦੀ ਅਧੀਨਗੀ ਦੇ ਵਿੱਚ ਰਹਿਣਾ, ਸਿੱਖਿਆ ਨੂੰ ਮਨ ਦੇ ਅੰਦਰ ਵਸਾਉਣਾ ਹੀ ਉੱਤਮ ਪੂਜਾ ਹੈ। ਦਰਸ਼ਨ ਸਤ ਸਤ ਪੇਖਣਹਾਰ, ਨਾਮ ਸਤ ਸਤ ਧਿਆਵਨਹਾਰ, ਪਰਮਾਤਮਾ ਦਾ ਸਦੀਵ ਕਾਲ ਨਾਮਣਾ, ਨਾਮ ਧਿਆਉਣਾ, ਆਪ ਸਤ ਸਤ ਸਭ ਧਾਰੀ, ਉਸ ਵਾਹਿਗੁਰੂ ਆਪ ਨੇ ਹੀ ਇਹ ਸਭ ਕੁਝ ਪੈਦਾ ਕੀਤਾ ਹੈ। ਜੇ ਕੋਈ ਪੇਖਣਹਾਰ ਵੀ ਹੈ ਜਿਹੜਾ ਸਤ ਵਾਹਿਗੁਰੂ ਪਰਮਾਤਮਾ ਨੂੰ ਵੇਖ ਰਿਹਾ ਹੈ, ਆਪ ਸਤ ਸਤ ਸਭ ਧਾਰੀ, ਉਹ ਆਪ ਹੀ ਉਤਪੰਨ ਕਰਨ ਵਾਲਾ ਹੈ, ਆਪ ਹੀ ਖਪਾਉਣ ਵਾਲਾ ਹੈ, ਚੰਗੇ ਰਸਤੇ ਵੀ ਆਪ ਹੀ ਲਾਉਣ ਵਾਲਾ ਹੈ। ਆਪੇ ਗੁਣਕਾਰੀ, ਗੁਣ ਰੂਪ ਦੇ ਅੰਦਰ ਵੀ ਆਪ ਹੀ ਹੈ ਤੇ ਗੁਣ ਗ੍ਰਹਿਣ ਕਰਨ ਵਾਲਾ ਵੀ ਆਪ ਹੀ ਹੈ। ਸ਼ਬਦ ਸਤ ਸਤ ਪ੍ਰਭ ਭਗਤਾ, ਵਾਹਿਗੁਰੂ ਪਰਮਾਤਮਾ ਦੇ ਸਤ ਸ਼ਬਦ ਨੂੰ ਹਮੇਸ਼ਾ ਬਕੇ ਬੋਲੇ, ਇਸ ਜੀਭਾ ਰਸਨਾ ਨੂੰ ਇਸ ਚੰਗੇ ਪਾਸੇ ਵੱਲ ਹੀ ਲਗਾਵੇ। ਸੁਰਤ ਸਤ ਸਤ ਜਸ ਸੁਨਤਾ, ਬੁੱਝਣਹਾਰ ਕਉ ਸਤ ਸਭ ਹੋਏ। ਇੱਥੇ ਬੂਝਣਹਾਰ ਨਹੀਂ ਸਗੋਂ ਬੁੱਝਣਹਾਰ ਹੈ। ਜਿਹੜਾ ਬੁੱਝਣਹਾਰ ਵਾਹਿਗੁਰੂ ਪਰਮਾਤਮਾ ਨੂੰ ਸਤ ਰੂਪ ਸਦੀਵ ਕਾਲ ਮੰਨਦਾ ਏ, ਨਾਨਕ ਸਤ ਸਤ ਪ੍ਰਭ ਸੋਏ, ਉਹ ਵੀ ਉਹਦਾ ਰੂਪ ਹੀ ਹੋ ਜਾਂਦਾ ਏ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ।
बस्त माहे ले बस्त गड़ाई, ताको भिन न कहना जाई। बूझै बूझनहार विवेक, नारायण मिले नानक एक। दूसरी अष्टपदी। सत स्वरूप हृदय जन मानिया, ਸਦਾ ਥਿਰ ਦਾ ਇਹ ਵਾਹਿਗੁਰੂ ਪਰਮਾਤਮਾ ਦਾ ਗੁਣ ਜਿਸ ਨੇ ਮਨ ਦੇ ਵਿੱਚ ਮੰਨ ਲਿਆ, ਸਵੀਕਾਰ ਕਰ ਲਿਆ ਕਿ ਉਹੀ ਸਦਾ ਥਿਰ। ਮੈਂ ਪੰਜ ਤੱਤਾਂ ਦਾ ਪੰਜ ਭੂਤਕ ਬਣਿਆ ਤੇ ਮੈਂ ਆਪਣੇ ਉੱਤੇ ਨਿਰਮੂਲ ਵਿਅਰਥ ਜਿਹੜਾ ਅਹੰਕਾਰ ਹੈ, ਹਉਮੈ ਮੈਂ ਕਾਹਦੀ ਕਰਾਂ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ। ਕਰਨ ਕਰਾਵਣ ਭਾਵ ਕਾਰਨ, ਪੈਦਾ ਕਰਨ ਵਾਲਾ, ਉਤਪਤੀ ਕਰਨ ਵਾਲਾ, ਜਿਹੜਾ ਮੂਲ ਦਾ ਵੀ ਮੂਲ ਹੈ, ਜਿਹੜਾ ਉਸ ਨੂੰ ਪਛਾਣਦਾ ਹੈ। ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਜਿਸ ਦੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਪ੍ਰਮਾਤਮਾ ਦੀ ਹੋਂਦ ਦੇ ਵਾਸਤੇ ਵਿਸ਼ਵਾਸ ਭਰੋਸਾ ਆ ਜਾਂਦਾ ਹੈ। ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਤ ਗਿਆਨ ਜ਼ਿੰਦਗੀ ਦੇ ਅਸਲ ਕੰਮ ਆਉਣ ਵਾਲਾ ਗਿਆਨ ਉਹਦੇ ਮਨ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਭੈ ਤੇ ਨਿਰਭਉ ਹੋਏ ਬਸਾਨਾ, ਉਹ ਦੁਨਿਆਵੀ ਡਰਾਂ ਤੋਂ ਮੁਕਤ ਹੋ ਕੇ ਨਿਰਭਉ ਦੀ ਅਵਸਥਾ ਦੇ ਵਿੱਚ ਵਿਚਰਦਾ ਹੈ। ਕਿਸੇ ਦੇ ਡਰ ਦੇ ਅਧੀਨਗੀ ਦੇ ਵਿੱਚ ਨਹੀਂ ਰਹਿੰਦਾ। ਜਿਸ ਦੀ ਉਪਜਿਆ ਤਿਸ ਮਾਹੇ ਸਮਾਨਾ। ਮਨੁੱਖ ਕੋਈ ਵੀ ਜੀਵ ਜਿਸ ਵਾਹਿਗੁਰੂ ਪਰਮਾਤਮਾ ਤੋਂ ਪੈਦਾ ਹੋਇਆ ਸਮਾਉਂਦਾ ਉਹਦੇ ਵਿੱਚ ਹੀ। ਬਸਤ ਮਾਹੇ ਲੈ ਬਸਤ ਗੜਾਈ, ਤਾਕੋ ਭਿੰਨ ਨਾ ਕਹਿ ਨਾ ਜਾਈ। ਕਹਿਣ ਲੱਗੇ ਉਸ ਵਾਹਿਗੁਰੂ ਤੋਂ ਬਾਹਰਾ ਨਹੀਂ ਕੋਈ, ਸਗੋਂ ਨਿਯਮ ਤੋਂ ਪਰਮਾਤਮਾ ਬਾਹਰਾ ਹੋ ਸਕਦਾ ਹੈ, ਪਰ ਵਾਹਿਗੁਰੂ ਪਰਮਾਤਮਾ ਨਿਯਮ ਇਸ ਮਨੁੱਖ ਨੂੰ ਬਾਹਰ ਨਹੀਂ ਰੱਖਿਆ ਹੋਇਆ। ਤਾਕੋ ਭਿੰਨ ਨਾ ਕਹਿਣਾ ਜਾਈ, ਨਾਨਕ ਇੱਕੋ ਬਾਹਰਾ। ਭੰਡ ਜੰਮੀ ਵਾਲੇ ਪਾਵਨ ਸ਼ਲੋਕ ਦੇ ਅੰਦਰ ਮਹਾਰਾਜ ਜੀ ਨੇ ਅੰਤ ਦੇ ਅੰਦਰ ਇਹੀ ਗੱਲ ਸਮਝਾਈ ਕਿ ਉਹ ਵਾਹਿਗੁਰੂ ਪਰਮਾਤਮਾ ਜੰਮਣ ਮਰਨ ਦੇ ਇਸ ਗੇੜ ਤੋਂ ਬਾਹਰਾ ਹੈ। ਉਹ ਇਸ ਗੇੜ ਦੇ ਅੰਦਰ, ਇਸ ਨਿਯਮ ਦੇ ਅੰਦਰ ਨਹੀਂ ਆਉਂਦਾ। ਤਾਕੋ ਭਿੰਨ ਨਾ ਕਹਿਣਾ ਜਾਈ, ਬੂਝੈ ਬੂਝਨਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਜਿਹੜਾ ਨਾਰਾਇਣ ਮਿਲ ਜਾਂਦਾ ਹੈ ਉਹਦਾ ਰੂਪ ਹੀ ਹੋ ਜਾਂਦਾ ਹੈ। ठाकुर का सेवक आज्ञाकारी, ठाकुर का सेवक सदा पूजारी। ठाकुर की सेवक है मन प्रतीत, ठाकुर के सेवक की निर्मल रीत। ठाकुर को सेवक जानै संग, प्रभ का सेवक नाम कै रंग। सेवक को प्रभ पालनहारा, सेवक की राखै निरंकारा। सो सेवक जिस दया प्रभ धारै, नानक सो सेवक सास सास समारै। तीसरे नंबर दी अष्टपदी। ठाकुर का सेवक आज्ञाकारी। ਵਾਹਿਗੁਰੂ ਪ੍ਰਮਾਤਮਾ ਦਾ ਸੇਵਕ ਹਮੇਸ਼ਾ ਹੀ ਆਗਿਆਕਾਰ, ਕਦੀ ਵੀ ਆਗਿਆ ਤੋਂ ਬਾਹਰ ਆਕੀ ਹੋ ਕੇ ਨਹੀਂ ਵਿਚਰਦਾ। ਭਾਵ ਕਹਿਣਾ ਮੰਨਣ ਦੇ ਵਿੱਚ ਆਉਂਦਾ ਹੈ। ਠਾਕੁਰ ਕਉ ਮਹਾਰਾਜ ਜੀ ਬਖਸ਼ਿਸ਼ ਕਰਦੇ ਕਿ ਠਾਕੁਰ ਦਾ ਭਾਵ ਉਹ ਵਾਹਿਗੁਰੂ ਪ੍ਰਮਾਤਮਾ। ਕਈ ਵਾਰ ਇਸ ਸ਼ਬਦ ਨੂੰ ਠਾਕਰ ਪੜ੍ਹ ਲਿਆ ਜਾਂਦਾ ਹੈ, ਪਰ ਠਾਕਰ ਨਹੀਂ। ਠਾਕੁਰ ਕੱਕੇ ਨੂੰ ਔਂਕੜ ਦਾ ਵੀ ਖਿਆਲ ਰੱਖਣਾ ਹੈ। ਜਿਵੇਂ ਤੂੰ ਠਾਕੁਰ ਤੁਮ ਪਹਿ ਅਰਦਾਸ, ਪਰ ਉੱਥੇ ਆਮ ਕਰਕੇ ਤੂੰ ਠਾਕਰ ਪਰ ਧਿਆਨ ਦੇ ਨਾਲ। ਠਾਕੁਰ ਕਾ ਸੇਵਕ ਸਦਾ ਪੂਜਾਰੀ। ਪਰਮਾਤਮਾ ਦਾ ਸੇਵਕ ਹਮੇਸ਼ਾ ਹੀ ਪੂਜਾ ਦੇ ਵਿੱਚ ਲੱਗਾ ਰਹਿੰਦਾ। ਉਹ ਇਹ ਵਾਲੀ ਪੂਜਾ ਨਹੀਂ ਕਰਦਾ ਜਿਹੜੇ ਧਾਰਮਿਕ ਸਥਾਨਾਂ ਦੇ ਅੰਦਰ, ਮੰਦਰਾਂ ਦੇ ਵਿੱਚ ਪੁਜਾਰੀ ਪੂਜਾ ਕਰਦੇ ਨੇ। ਸਗੋਂ ਉਸ ਨੂੰ ਇਹੋ ਜਿਹੀ ਪੂਜਾ ਕਰਨ ਦੀ ਲੋੜ ਨਹੀਂ, ਸਗੋਂ ਆਪਣੇ ਘਰ ਦੇ ਵਿੱਚ ਹੀ
ਵਾਹਿਗੁਰੂ ਪ੍ਰਮਾਤਮਾ ਦੇ ਨਾਲ ਉਹਦੀ ਪੂਜਾ ਦੇ ਵਿੱਚ ਜੁੜਿਆ ਰਹਿੰਦਾ ਹੈ। ਹਿਰਦੇ ਘਰ ਦੇ ਵਿੱਚ ਟਿਕਿਆ ਹੋਇਆ ਉਸ ਦੀ ਪੂਜਾ ਕਰਦਾ ਹੈ, ਭਾਵ ਆਗਿਆ ਦੇ ਵਿੱਚ ਰਹਿੰਦਾ ਹੈ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਪਹਿਲਾਂ ਕੀ ਹੈ ਫਿਰ ਕੈ। ਪ੍ਰਤੀਤ ਦਾ ਭਾਵ ਵਿਸ਼ਵਾਸ, ਪੂਰਨ ਵਿਸ਼ਵਾਸ ਹੁੰਦਾ ਹੈ। ਠਾਕੁਰ ਕੀ ਸੇਵਕ ਕੀ ਨਿਰਮਲ ਰੀਤ, ਜੀਵਨ ਢੰਗ ਉਸ ਦਾ ਨਿਰਮਲ ਹੁੰਦਾ ਹੈ। ਠਾਕੁਰ ਕਉ ਸੇਵਕ ਜਾਣੈ ਸੰਗ, ਪਰਮਾਤਮਾ ਨੂੰ ਉਹਦਾ ਸੇਵਕ ਹਮੇਸ਼ਾ ਨਾਲ ਦੂਰ ਨਹੀਂ ਜਾਣਦਾ। ਹੈ ਹਜ਼ੂਰ ਹਾਜ਼ਰ ਅਰਦਾਸ, ਕਿ ਵਾਹਿਗੁਰੂ ਪਰਮਾਤਮਾ ਦੂਰ ਨਹੀਂ, ਸਗੋਂ ਮੇਰੀ ਅੰਗ ਸੰਗ ਹੈ। ਪ੍ਰਭ ਕਾ ਸੇਵਕ ਨਾਮ ਕੈ ਰੰਗ, ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਭਿੱਜਾ ਰਹਿੰਦਾ ਹੈ। ਸੇਵਕ ਕਉ ਪ੍ਰਭ ਪਾਲਣਹਾਰਾ, ਸੇਵਕ ਦੀ ਪਰਵਰਿਸ਼ ਪਾਲਣਾ, ਰਿਜ਼ਕ ਦੇਣਾ, ਆਤਮਿਕ ਖੁਰਾਕ ਦੇਣੀ, ਉਹ ਪ੍ਰਮਾਤਮਾ ਆਪ ਪਾਲਦਾ ਹੈ। ਸੇਵਕ ਕਉ ਪ੍ਰਭ ਪਾਲਣਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਪ੍ਰਤਪਾਲੈ ਅਪਿਆਉ ਦੇ, ਕਛ ਊਣ ਨਾ ਹੋਈ, ਕਦੀ ਵੀ ਘਾਟਾ ਨਹੀਂ ਪੈਣ ਦਿੰਦਾ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਜਿਸ ਦੇ ਹਿਰਦੇ ਦੇ ਵਿੱਚ ਦਇਆ ਹੈ, ਤਰਸ ਹੈ, ਸੇਵਕ ਉਹੀ ਹੈ। ਭਾਵ ਕਿ ਧਰਮੀ ਸ਼ੁਭ ਗੁਣਾਂ ਵਾਲਾ ਉਹੀ ਹੈ ਜਿਸ ਦੇ ਹਿਰਦੇ ਦੇ ਵਿੱਚ ਦਇਆ ਹੈ, ਤਰਸ ਹੈ। ਤਰਸ ਤੋਂ ਬਗੈਰ ਉਹ ਇਨਸਾਨ ਵੀ ਨਹੀਂ ਹੋ ਸਕਦਾ। ਨਾਨਕ ਸੋ ਸੇਵਕ ਸਾਸ ਸਾਸ ਸੰਭਾਰੈ। ਵਾਹਿਗੁਰੂ ਪਰਮਾਤਮਾ ਨੂੰ ਹਰ ਇੱਕ ਸਵਾਸ ਸਵਾਸ ਚੇਤੇ ਰੱਖਦਾ ਹੈ, ਕਦੀ ਵੀ ਵਿਸਾਰਦਾ ਨਹੀਂ, ਭੁੱਲਦਾ ਨਹੀਂ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰੱਖੈ। ਆਪਣੇ ਦਾਸ ਕਉ ਦੇ ਵਡਾਈ, ਆਪਣੇ ਸੇਵਕ ਕਉ ਨਾਮ ਜਪਾਈ। ਆਪਣੇ ਸੇਵਕ ਕੀ ਆਪ ਪਤ ਰੱਖੈ, ਤਾਕੀ ਗਤ ਮਿਤ ਕੋਈ ਨਾ ਲਾਖੈ। ਪ੍ਰਭ ਕੇ ਸੇਵਕ ਕਾਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ। ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। 4 ਨੰਬਰ ਅਸ਼ਟਪਦੀ, ਆਪਣੇ ਜਨ ਕਾ ਪਰਦਾ ਢਾਕੈ, ਜਨ ਭਾਵ ਸੇਵਕ ਪਰਦਾ ਢੱਕਦਾ ਏ, ਭਾਵ ਉਸ ਨੂੰ ਗੁਨਾਹਾਂ ਤੋਂ ਬਚਾ ਲੈਂਦਾ ਏ, ਉਸ ਨੂੰ ਵਿਕਾਰੀ ਰਸਤਿਆਂ ਤੇ ਪੈਣ ਨਹੀਂ ਦਿੰਦਾ, ਢਹਿੰਦੀ ਕਲਾ ਦੇ ਵਿੱਚ ਨਹੀਂ ਆਉਣ ਦਿੰਦਾ। ਉਹ ਆਪਣੇ ਸੇਵਕ ਨੂੰ ਔਖੀ ਘੜੀ ਨਾ ਦੇਖਣ ਦੇਈ, ਇਸ ਅਰਥ ਦੇ ਅੰਦਰ ਉਹ ਢੋਈ ਦਿੰਦਾ ਏ। ਪਰਦਾ ਢਾਕੈ, ਉਹ ਢੋਈ ਦਿੰਦਾ ਏ। ਆਪਣੇ ਸੇਵਕ ਕੀ ਸਰ ਪਰ ਰੱਖੈ, ਸਰ ਪਰ ਦਾ ਭਾਵ ਜ਼ਰੂਰ, ਕਹਿੰਦੇ ਇਹ ਪੂਰਨ ਵਿਸ਼ਵਾਸਯੋਗ ਗੱਲ ਹੈ, ਜ਼ਰੂਰ ਰੱਖੇਗਾ। ਇਵੇਂ ਨਹੀਂ ਹੋ ਸਕਦਾ ਕਿ ਉਹ ਨਾ ਰੱਖੇ, ਸਗੋਂ ਪੂਰਨ ਵਿਸ਼ਵਾਸ ਦੇ ਨਾਲ ਆਪਣੇ ਦਾਸ ਕਉ ਦੇ ਵਡਾਈ। ਬਾਣੀ ਦੇ ਅੰਦਰ ਕਿਤੇ ਸੇਵਕ ਸ਼ਬਦ ਆ ਗਿਆ, ਕਿਤੇ ਜਨ, ਕਿਤੇ ਦਾਸ, ਕਿਤੇ ਚੇਲਾ ਸ਼ਬਦ ਆ ਗਿਆ। ਸਾਰਿਆਂ ਦਾ ਭਾਵ ਇਹੀ ਕਿ ਜਿਹੜਾ ਉਹਦੇ ਰਸਤੇ ਦੇ ਉੱਤੇ ਤੁਰਦਾ ਹੈ। ਪਰਮਾਤਮਾ ਆਪਣੇ ਦਾਸ ਦੀ ਵਡਾਈ ਦਾ ਭਾਵ ਇੱਜ਼ਤ ਬਣਾ ਕੇ ਰੱਖਦਾ ਹੈ, ਬੇਅਦਬੀ ਬੇਇੱਜ਼ਤੀ ਨਹੀਂ ਹੋਣ ਦਿੰਦਾ। ਆਪਣੇ ਦਾਸ ਕਉ ਦੀ ਵਡਾਈ, ਭਾਵ ਇੱਕ ਪਾਸੇ ਵਿਕਾਰ ਨੇ, ਜਿਹੜਾ ਵਿਕਾਰ ਨੇ ਉਹ ਮਨੁੱਖ ਨੂੰ ਹਮੇਸ਼ਾ ਖੱਜਲ ਖੁਆਰ ਕਰਦੇ ਨੇ। ਵਿਕਾਰ ਮਨੁੱਖ ਦੀ ਪੱਤ ਲੁੱਟਦੇ ਨੇ। ਅਸਲ ਪੱਤ ਦੀ ਜਿਹੜੀ ਉਹ ਆਤਮਿਕ ਤੌਰ ਤੇ ਪੱਤ ਦੀ ਗੱਲ ਹੈ। ਮਨ ਕਰਕੇ ਮਨੁੱਖ ਨੂੰ ਕਮਾਏ ਹੋਏ ਵਿਕਾਰਾਂ ਦੇ ਕਰਕੇ ਬਹੁਤ ਵਾਰ ਸ਼ਰਮਿੰਦਾ ਹੋਣਾ ਪੈਂਦਾ ਹੈ। ਵਿਕਾਰ ਤੇ ਥੋੜੇ ਸਮੇਂ ਦੇ ਵਾਸਤੇ, ਤਿਲ ਮਾਤਰ ਦੇ ਸਮੇਂ ਵਾਸਤੇ ਕਮਾਉਂਦਾ ਹੈ। ਕਈ ਵਾਰ ਉਸ 5-10 ਮਿੰਟ ਕੁਝ ਸਮੇਂ ਦੇ ਵਾਸਤੇ ਕਮਾਇਆ ਵਿਕਾਰ, ਉਸ ਦਾ ਰੋਸਾ, ਉਸ ਦਾ ਭੁਗਤਾਨ ਸਾਰੀ ਜ਼ਿੰਦਗੀ ਕਰਨਾ ਪੈਂਦਾ। ਸਾਰੀ ਜ਼ਿੰਦਗੀ ਉਸ ਨੂੰ ਉਸ ਦਾ ਖਮਿਆਜਾ ਭੁਗਤਣਾ ਪੈਂਦਾ ਹੈ ਕਿ ਮੈਂ
ਕਿਸੇ ਸਮੇਂ ਇਹ ਮਾੜਾ ਕੰਮ ਕੀਤਾ ਸੀ, ਪਰ ਉਸ ਮਾੜੇ ਕੰਮ ਦਾ ਖਮਿਆਜਾ ਸਾਰੀ ਜ਼ਿੰਦਗੀ ਭੁਗਤ ਰਹੇ ਹਾਂ। ਭਾਵ ਜਿਹੜੀ ਗੱਲ ਗੁਰਦੇਵ ਮਹਾਰਾਜ ਜੀ ਸਮਝਾ ਰਹੇ ਨੇ, ਆਪਣੇ ਦਾਸ ਕੋ ਦੀ ਵਡਾਈ ਇੱਜ਼ਤ ਦਿੰਦਾ ਏ, ਵਿਕਾਰਾਂ ਦੇ ਸਾਹਮਣੇ ਸ਼ਰਮਿੰਦਾ ਨਹੀਂ ਹੋਣ ਦਿੰਦਾ, ਵਿਕਾਰ ਉਹ ਤੇ ਹਾਵੀ ਨਹੀਂ ਹੁੰਦੇ। ਆਪਣੇ ਸੇਵਕ ਕੋ ਨਾਮ ਜਪਾਈ, ਨਾਮ ਜਪਾਉਂਦਾ ਏ। ਆਪਣੇ ਸੇਵਕ ਕੀ ਆਪ ਪਤ ਰਾਖੈ। ਵਾਹਿਗੁਰੂ ਪ੍ਰਮਾਤਮਾ ਜਾਣਦਾ ਹੈ ਕਿ ਜੇਕਰ ਸੇਵਕ ਦੀ ਪੈਜ ਘਟੇਗੀ ਤੇ ਪ੍ਰਮਾਤਮਾ ਦੀ ਵੀ ਪੈਜ ਘਟੇਗੀ। ਜੇ ਪ੍ਰਮਾਤਮਾ ਦੇ ਸੇਵਕ ਦੀ ਬੇਇੱਜ਼ਤੀ ਹੋਵੇਗੀ, ਜੇ ਇਹ ਹੋਵੇਗਾ ਕਿ ਇਹ ਪੰਡਿਆ ਮੋ ਕੋ ਢੀਡ ਕਹਿ ਤੇਰੀ ਪੈਜ ਪਛੁੰਡੀ ਹੋਏ ਲਾ। ਪਿਛਲੇ ਦੇ ਦਿਨਾਂ ਦੇ ਅੰਦਰ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਆਪ ਜੀ ਨੇ ਚੇਤੇ ਕੀਤਾ, ਮਨਾਇਆ ਹੋਇਆ ਹੋਵੇਗਾ ਕਿ ਉਸ ਦੇ ਅੰਦਰ ਵੀ ਭਗਤ ਨਾਮਦੇਵ ਜੀ ਇਹੀ ਸਮਝਾਉਂਦੇ ਨੇ ਕਿ ਮੇਰੀ ਪੈਜ ਨਹੀਂ ਘਟੇਗੀ, ਸਗੋਂ ਤੇਰੀ ਪੈਜ ਘਟੇਗੀ। ਜੇਕਰ ਬੇਇੱਜ਼ਤੀ ਇਹਨਾਂ ਪਾਂਡਿਆਂ ਨੇ, ਬ੍ਰਾਹਮਣਾਂ ਨੇ ਮੇਰੀ ਕੀਤੀ, ਮੇਰੀ ਨਹੀਂ ਹੋਵੇਗੀ, ਉਹ ਤੇਰੀ ਹੋਵੇਗੀ। ਤੇਰੀ ਪੈਜ ਪਛੁੰਡੀ ਹੋਏ ਲਾ, ਸਗੋਂ ਮੈਂ ਤੇਰਾ ਸੇਵਕ ਹਾਂ, ਤੂੰ ਮੇਰੀ ਲਾਜ ਪੈਜ ਰੱਖ। ਆਪਣੇ ਸੇਵਕ ਕੀ ਆਪਤ ਰੱਖੈ, ਤਾਂ ਕਿ ਗਤਮੇਤ ਕੋਈ ਨਾ ਲੱਖੈ। ਉਹਦੀ ਗਤਮੇਤ ਇਹ ਵੇਖਣ ਵਾਲੇ ਕਿ ਇਹ ਤਾਂ ਮਰਦਾ ਜਾਂਦਾ ਸੀ, ਇਹ ਨਿਗਰਦਾ ਜਾਂਦਾ ਸੀ, ਪਰ ਇਹ ਬਚ ਕਿਵੇਂ ਗਿਆ। ਵੇਖਣ ਵਾਲੇ ਹੈਰਾਨ ਹੋ ਜਾਂਦੇ ਨੇ ਕਿ ਜਿਵੇਂ ਭਗਤ ਨਾਮਦੇਵ ਜੀ ਦੀ ਘਟਨਾ ਕਿ ਆਖਣ ਵਾਲੇ, ਕਰਨ ਵਾਲੇ ਤੇ ਉਹਨਾਂ ਨੇ ਮੰਦਿਰ ਦੇ ਅੰਦਰ ਵੜਨ ਨਹੀਂ ਦਿੱਤਾ, ਪਰ ਜੋ ਇਹ ਮੰਨਿਆ ਜਾਂਦਾ ਹੈ ਕਿ ਉਹ ਮੰਦਿਰ ਦਾ ਮੁੱਖ ਵੀ ਉਹਨਾਂ ਵੱਲ ਘੁੰਮ ਗਿਆ। ਪਰ ਉਹ ਵੇਖਣ ਵਾਲੇ ਅਜੇ ਤੱਕ ਹੈਰਾਨ ਨੇ ਕਿ ਇਹ ਹੋ ਕਿਵੇਂ ਗਿਆ, ਤਾਂ ਕਿ ਗਤ ਮਿਤ ਗਿਣਤੀਆਂ ਮਿੰਤੀਆਂ ਲਗਾ ਕੇ ਵੇਖਦੇ ਨੇ ਕਿ ਇਵੇਂ ਹੋ ਸਕਦਾ ਹੈ। ਜੇ ਹੋਇਆ ਵੀ ਹੈ ਤੇ ਹੋਇਆ ਕਿਵੇਂ ਹੋਵੇਗਾ, ਸਮਝ ਨਹੀਂ ਆ ਰਹੀ। ਤੇ ਇਸੇ ਤਰ੍ਹਾਂ ਤਾਂ ਕਿ ਗਤ ਮਿਤ ਕੋਈ ਨਾ ਲੱਖੈ, ਸਮਝ ਨਹੀਂ ਸਕਦਾ। ਲੱਖੇ ਦਾ ਭਾਵ ਲੱਖਣ, ਲਖਣਾ, ਸਮਝਣਾ, ਸਮਝਿਆ ਨਹੀਂ ਜਾ ਸਕਦਾ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪਰਮਾਤਮਾ ਦੇ ਸੇਵਕ ਦੇ ਬਰਾਬਰ ਕੋਈ ਹੋਰ ਪਹੁੰਚ ਨਹੀਂ ਸਕਦਾ। ਇੱਥੇ ਦੋ ਸ਼ਬਦ ਨੇ, ਕੱਕਾ ਤੇ ਊੜੀ ਨੂੰ ਔਂਕੜ ਤੇ ਕੱਕੇ ਨੂੰ ਹੋੜਾ, ਦੋਨਾਂ ਦੇ ਅੰਦਰ ਫਰਕ ਹੈ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਜਦੋਂ ਹੋੜਾ ਹੋਵੇਗਾ ਉਦੋਂ ਕੋ, ਤੇ ਜਦੋਂ ਊੜੀ ਨੂੰ ਔਂਕੜ ਤੇ ਉਦੋਂ ਮੂੰਹ ਖੋਲ ਕੇ। ਕਉ ਪ੍ਰਭ ਕੀ ਸੇਵਕ ਕੋ, ਇੱਥੇ ਕਉ ਊੜੇ ਨੂੰ ਔਂਕੜ ਦਾ ਅਰਥ ਹੈ ਨੂੰ, ਤੇ ਕੋ ਹੋੜੇ ਵਾਲੇ ਦਾ ਉਹਦਾ ਮਤਲਬ ਹੈ ਕੋਈ। ਜਿਵੇਂ ਗਾਵੇ ਕੋ, ਕੋਈ ਗਾਉਂਦਾ ਹੈ, ਗਾਵੇ ਕੋ ਤਾਣ, ਹੋਵੇ ਕਿਸੇ ਤਾਣ, ਗਾਵੇ ਕੋ ਦਾ ਭਾਵ ਕੋਈ। ਇਵੇਂ ਵੀ ਸਮਝਿਆ ਜਾ ਸਕਦਾ ਹੈ ਕਿ ਜਿਵੇਂ ਅੱਜ ਅਸੀਂ ਪੰਜਾਬੀ ਦੇ ਅੰਦਰ ਕੋਈ ਲਿਖਦੇ ਹਾਂ, ਕੋਈ ਦਾ ਸੰਖਿਪਤ ਰੂਪ ਹੈ, ਛੋਟਾ ਰੂਪ ਹੈ ਕੋ। ਈੜੀ ਤੇ ਬਿਹਾਰੀ ਉਹ ਹਟਾ ਦਿੱਤੀ, ਉਹ ਚੱਕ ਦਿੱਤੀ, ਭਾਵ ਉਹਦੀ ਵਰਤੋਂ ਨਹੀਂ ਕੀਤੀ, ਸਿਰਫ ਕੋ। ਨਾ ਪਹੁੰਚੈ, ਬਾਣੀ ਦੇ ਅੰਦਰ ਜਿਹੜਾ ਨੰਨਾ ਹੈ ਇਹ ਵੀ ਤਿੰਨ ਰੂਪਾਂ ਦੇ ਅੰਦਰ, ਨੰਨਾ ਕੱਲਾ, ਨੰਨੇ ਨੂੰ ਕੰਨਾ ਤੇ ਨੰਨਾ ਤੇ ਹਾਹਾ। ਪਰ ਇੱਥੇ ਇਸ ਨੰਨੇ ਨੂੰ ਕੁਛ ਨਹੀਂ ਲੱਗਾ ਹੋਇਆ, ਇਸ ਨੂੰ ਲੰਬਾ ਕਰਕੇ ਨਹੀਂ ਪੜਨਾ। ਪ੍ਰਭ ਕੀ ਸੇਵਕ ਕੋ ਨਾ ਪਹੁੰਚੈ, ਨਾ ਨਹੀਂ ਕਰਨਾ, ਸਗੋਂ ਨਾ। ਪ੍ਰਭ ਕੇ ਸੇਵਕ ਊਚ ਤੇ ਊਚੇ, ਉਹ ਸਿਰਮੌਰ ਹੈ, ਸਾਰਿਆਂ ਦਾ ਸ਼੍ਰੋਮਣੀ ਹੈ। ਕਿਉਂਕਿ ਦੁਨੀਆ ਵਾਲੇ ਜਿਹੜੇ ਜੈਲਸੀ ਖਾਂਦੇ ਨੇ ਪਰਮਾਤਮਾ ਦੇ ਸੇਵਕ ਤੋਂ, ਜਿਹੜਾ ਧਰਮ ਚੰਗੇ ਰਸਤੇ ਤੇ ਤੁਰਦਾ ਹੈ, ਲੋਕਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰਦਾ ਹੈ, ਪੰਥ ਦੀ, ਧਰਮ ਦੀ ਗੱਲ, ਚੰਗਿਆਈ ਦੀ ਗੱਲ ਕਰਦਾ ਹੈ। ਵਿਰੋਧੀ ਉਸ ਨੂੰ ਦਬਾਉਣਾ ਚਾਹੁੰਦੇ ਨੇ, ਪਰ ਦਬਦਾ ਨਹੀਂ, ਉਹਦੀ ਮਹਿਮਾ ਵੱਡੀ ਤੋਂ ਵੱਡੀ ਹੁੰਦੀ ਜਾਂਦੀ। ਕਿਉਂਕਿ ਅਸਲ ਦੇ ਅੰਦਰ ਸੱਚ ਦੀ ਬੁੱਕਤ, ਸੱਚ ਦੀ ਅਹਿਮੀਅਤ
ਚਟਿਆਈ ਦੀ, ਸਫੇਦਪਨ ਦੀ ਅਹਿਮੀਅਤ, ਮਿੱਠੇ ਦੀ ਅਹਿਮੀਅਤ ਉਹ ਤਦੋਂ ਹੈ ਤਾਂ ਕਰਕੇ ਜੇ ਕੁੜੱਤਣ ਹੈ, ਜੇ ਕਾਲਾ ਹੈ। ਜੇ ਕੁੜੱਤਣ ਕਾਲਾ ਭਾਵ ਕਿ ਉਹਦੇ ਵਿਰੋਧੀ ਨਹੀਂ ਹੋਣਗੇ ਤੇ ਉਹਦੀ ਬੁੱਕਤ, ਉਹਦੀ ਕੀਮਤ ਵੀ ਨਹੀਂ ਹੋ ਸਕਦੀ, ਫਿਰ ਉਸ ਨੂੰ ਪੁੱਛਣਾ ਹੀ ਨਹੀਂ। ਸਗੋਂ ਉਹਨਾਂ ਦਾ ਰਹਿਣਾ ਜ਼ਰੂਰੀ, ਵਿਰੋਧੀ ਦਾ, ਦੁਸ਼ਮਣ ਦਾ ਰਹਿਣਾ ਜ਼ਰੂਰੀ ਹੈ। ਦੁਸ਼ਮਣ ਦਾ ਰਹਿਣਾ ਜ਼ਰੂਰੀ ਹੈ, ਤਦੋਂ ਹੀ ਸੱਚ ਦੀ ਮਹਿਮਾ ਹੋਵੇਗੀ, ਸੱਚ ਦਾ ਝੰਡਾ ਬੁਲੰਦ ਹੋਵੇਗਾ। ਪ੍ਰਭ ਕੇ ਸੇਵਕ ਊਚ ਤੇ ਊਚ, ਇੱਥੇ ਤੇ ਦਾ ਭਾਵ ਹੈ ਤੋਂ, ਉੱਚੇ ਤੋਂ ਉੱਚਾ, ਪਰ ਇੱਥੇ ਊੜੇ ਨੂੰ ਦਲੈਂਕੜ ਲੱਗੀ ਹੈ, ਇਸ ਕਰਕੇ ਊਚ ਪੜਨਾ ਹੈ, ਊਚ ਵੀ ਨਹੀਂ। ਊੜੇ ਨੂੰ ਬਿੰਦੀ ਲਗਾ ਕੇ ਵੀ ਨਹੀਂ, ਊਚ ਵੀ ਨਹੀਂ। ਪ੍ਰਭ ਕੇ ਸੇਵਕ ਊਚ ਤੇ ਊਚੇ ਵੀ ਨਹੀਂ ਪੜਨਾ, ਊਚ ਧਿਆਨ ਦੇ ਨਾਲ, ਊਚ ਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਜਿਸ ਨੂੰ ਪ੍ਰਮਾਤਮਾ ਨੇ ਆਪਣੀ ਸੇਵਾ ਚੰਗੇ ਕੰਮ ਵੱਲ ਲਗਾ ਲਿਆ। ਸੇਵਾ ਦਾ ਭਾਵ ਉਹ ਕੋਈ ਵੀ ਕੰਮ ਜਿਹਦੇ ਕੀਤਿਆਂ ਸਮਾਜ ਦੇ ਵਿੱਚ ਕ੍ਰਾਂਤੀ ਆਵੇ, ਬਦਲਾਅ ਆਵੇ, ਭਲਾਈ ਹੋਵੇ, ਉਹ ਕੋਈ ਵੀ ਕੰਮ ਹੋ ਸਕਦਾ। ਸਿਰਫ ਝਾੜੂ ਫੇਰਨਾ ਨਹੀਂ। ਜਿਹੜਾ ਵੀ ਕੋਈ ਕਿਤੇ ਵੀ ਕੋਈ ਕੰਮ ਕਰ ਰਿਹਾ ਹੈ, ਆਪਣੀ ਪਦਵੀ ਤੇ ਬੈਠਾ ਹੋਇਆ, ਇਨਸਾਫ ਦੇ ਨਾਲ ਕਰੇ, ਉਹੀ ਉਸਦੀ ਸੇਵਾ ਹੈ। ਸੇਵਾ ਦਾ ਭਾਵ ਇਹ ਵੀ ਨਹੀਂ ਹੁੰਦਾ ਕਿ ਕੋਈ ਆਖੇ ਕਿ ਉਹ ਫਲਾਣਾ ਤੇ ਨੌਕਰੀ ਕਰ ਰਿਹਾ ਹੈ, ਨਾਲੇ ਤੇ ਮਹੀਨੇ ਦੀ ਤਨਖਾਹ ਲੈਂਦਾ ਹੈ, ਫਿਰ ਸੇਵਾ ਕਾਹਦੀ ਹੋਈ? ਨਹੀਂ। ਦੁਨੀਆ ਚੱਲਦੀ ਹੀ ਪੈਸੇ ਤੇ ਹੈ, ਦੁਨੀਆ ਚੱਲਦੀ ਹੀ ਮੁਦਰਾ ਤੇ ਧਨ ਤੇ, ਧਨ ਤੋਂ ਬਗੈਰ ਤੇ ਜ਼ਿੰਦਗੀ ਅੱਗੇ ਵਧ ਨਹੀਂ ਸਕਦੀ। ਸੇਵਾ ਦਾ ਭਾਵ ਇਹ ਨਹੀਂ ਹੁੰਦਾ ਕਿ ਪੈਸੇ ਨਹੀਂ ਲੈਣੇ, ਪੈਸੇ ਲਵੇ, ਮਹੀਨੇ ਦਾ ਜੇ 30,000 ਲੱਖ ਲਵੇ, ਪਰ ਬੇਈਮਾਨੀ ਨਾ ਹੋਵੇ। ਜੇ ਉਹ ਆਖੇ ਕਿ ਇੱਕ ਪਾਸੇ ਆਖੀ ਜਾਵੇ ਮੈਂ ਨਿਸ਼ਕਾਮ, ਨਿਸ਼ਕਾਮ, ਜੇ ਗੁਰੂ ਧਾਮ ਦੇ ਵਿੱਚ ਕੋਈ ਕਥਾ ਕਰਨ ਵਾਲਾ, ਕੋਈ ਕੀਰਤਨ ਕਰਨ ਵਾਲਾ ਆਖੇ ਮੈਂ ਨਿਸ਼ਕਾਮ, ਪਰ ਉਹਦਾ ਕੀਰਤਨ ਉਸ ਪਾਈ ਦਾ ਨਾ ਹੋਵੇ ਜਿਸ ਪਾਈ ਦਾ ਹੋਣਾ ਚਾਹੀਦਾ। ਜੇ ਰਾਗ ਦੇ ਵਿੱਚ ਚੰਗੀ ਜਾਣਕਾਰੀ ਹੋਵੇ, ਉਹਦੇ ਪੱਲੇ ਕੁਝ ਹੋਵੇ, ਜੇ ਕਥਾ ਕਰਨ ਵਾਲਾ, ਕੋਈ ਵੀ ਕੰਮ ਕਰਨ ਵਾਲਾ, ਜੇ ਉਹ ਆਖੇ ਕਿ ਮੈਂ ਤੇ ਕੁਝ ਨਹੀਂ ਲੈਂਦਾ, ਪਰ ਉਸ ਨੂੰ ਪੁੱਛਣ ਵਾਲਾ ਹੋਵੇ ਲੈਂਦਾ ਵੀ ਨਹੀਂ ਤੂੰ, ਜੇ ਕੋਈ ਗੱਲ ਨਹੀਂ, ਪਰ ਦਿੰਦਾ ਵੀ ਕੀ ਹੈ ਸੰਗਤ ਨੂੰ। ਭਾਵ ਤੇਰੇ ਕੋਲ ਤੈਨੂੰ ਇਤਿਹਾਸ ਦੀ ਜਾਣਕਾਰੀ ਹੋਵੇ, ਗੁਰਬਾਣੀ ਦੇ ਅੱਖਰ ਅੱਖਰ ਦੀ ਜਾਣਕਾਰੀ ਹੋਵੇ, ਤੂੰ ਦਵੇਂ ਦੱਸੇ ਗੁਰਬਾਣੀ ਦੇ ਵਿੱਚੋਂ ਨਵਾਂ ਸ਼ਬਦ, ਕੀਰਤਨ ਕਰਨ ਵਾਲਾ ਰੋਜ਼ਾਨਾ ਨਵਾਂ ਸ਼ਬਦ ਪੜ੍ਹੇ ਜਿਹੜਾ ਕਦੀ ਕਿਸੇ ਨੇ ਸੁਣਿਆ ਨਾ ਹੋਵੇ, ਨਵਾਂ ਸ਼ਬਦ ਗਾਵੇ, ਗੁਰਬਾਣੀ ਪੰਕਤੀ ਦੇ ਸ਼ਬਦ ਦੇ ਅਨੇਕਾਂ ਪੱਖਾਂ ਤੋਂ, ਬਹੁਪੱਖੀ ਅਧਿਐਨ ਤੋਂ ਅਰਥ ਦੱਸੇ ਕਿ ਪੰਕਤੀ ਇੱਕੋ ਹੀ ਹੋਇਆ ਕਰਦੀ, ਪਰ ਉਹਦੇ ਵੱਖ-ਵੱਖ ਐਂਗਲ ਤੋਂ ਅਲੱਗ-ਅਲੱਗ ਅਰਥ ਹੋ ਸਕਦੇ ਨੇ। ਭਾਵ ਚਿੰਤਨ ਕਰੇ, ਸੋਚੇ, ਵਿਚਾਰੇ, ਘੋਖ ਕਰੇ, ਇਤਿਹਾਸ ਪੜ੍ਹੇ, ਗੁਰਬਾਣੀ ਤੇ ਸਟੱਡੀ ਕਰੇ, ਸਟੱਡੀ ਕਰਕੇ ਦੱਸੇ, ਤਨਖਾਹ ਲਵੇ, ਜ਼ਿਆਦੀ ਲਵੇ ਭਾਵੇਂ, ਪਰ ਉਹ ਦਿੱਤਾ ਵੀ ਜਾਵੇ। ਗੱਲ ਇਹ ਹੈ, ਸੇਵਾ ਦਾ ਭਾਵ ਇਹ ਨਹੀਂ ਹੋਇਆ ਕਰਦਾ ਕਿ ਉਹ ਆਖੇ ਕਿ ਨਹੀਂ, ਸੇਵਾ ਤੇ ਉਹ ਹੁੰਦੀ ਜਿਸ 'ਚ ਪੈਸੇ ਨਹੀਂ ਲਏ ਜਾਂਦੇ, ਨਹੀਂ, ਸਗੋਂ ਧਨ ਇਸ ਕਰਕੇ ਨਹੀਂ, ਧਨ ਲਵੇ, ਤਨਖਾਹਦਾਰ ਹੋਵੇ। ਦੁਨੀਆ ਦੇ ਵਿੱਚ ਵਕੀਲ ਨੇ, ਜੱਜ ਨੇ, ਪ੍ਰੋਫੈਸਰ ਨੇ, ਪਰ ਜੇ ਉਹ ਆਖਣ, ਕੋਈ ਆਖੇ ਕਿ ਇਹ ਤੁਸੀਂ ਸੇਵਾ ਤਾਂ ਨਹੀਂ ਕਰ ਰਹੇ ਕਿਉਂਕਿ ਤੁਸੀਂ ਤਨਖਾਹ ਲੈਂਦੇ ਹੋ, ਨਹੀਂ, ਸਗੋਂ ਸੇਵਾ ਦਾ ਭਾਵ ਇਮਾਨਦਾਰੀ ਦੇ ਨਾਲ, ਸਮਰਪਿਤ ਹੋ ਕੇ, ਭਾਵ ਟੁੱਟ ਕੇ ਪੈ ਜਾਣਾ ਕੰਮ ਨੂੰ, ਜੋ ਪ੍ਰਭ ਆਪਣੀ ਸੇਵਾ ਲਾਇਆ। ਜਿਹੜਾ ਵੀ ਇਸ ਇਹੋ ਜਿਹੇ ਕੰਮ ਦੇ ਵਿੱਚ ਪਿਆ, ਜਿਹੜਾ ਟੁੱਟ ਕੇ ਕੰਮ ਨੂੰ ਪੈ ਗਿਆ, ਸਮਰਪਿਤ, ਬੱਧਾ ਚੱਟੀ ਹੋ ਕੇ ਨਹੀਂ, ਕਿਉਂਕਿ ਬੱਧਾ ਚੱਟੀ ਵੀ ਮਨੁੱਖ ਕਰਦਾ ਹੈ। ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਮਝਾਇਆ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਜਿਹੜਾ ਗਲ ਪਿਆ ਹੋਇਆ ਢੋਲ ਵਜਾਵੇ, ਗੁਰਬਾਣੀ ਦਾ ਪਾਠ ਹੋਵੇ, ਕਥਾ ਵਿਖਿਆਨ ਹੋਵੇ, ਜਿਹੜਾ ਗਲ ਪਿਆ ਢੋਲ ਵਜਾਵੇ ਕਿ ਕਰਨਾ ਹੀ ਪੈਣਾ ਹੈ, ਕਿ ਬਿਨਾਂ ਕਰਨ ਤੋਂ ਬਗੈਰ ਤੇ ਛੁਟਕਾਰਾ ਨਹੀਂ ਹੋਣਾ। ਚਲੋ ਮਾੜਾ ਜਿਹਾ ਕਰ ਦਿੰਦੇ ਆ, ਦਿਖਾਵਾ ਕਰ ਦਿੰਦੇ ਆ, ਪਰ ਉਹਦਾ ਕੋਈ ਫਾਇਦਾ ਨਹੀਂ। ਚੱਜ ਦੇ ਨਾਲ ਕੀਤਾ ਜਾਵੇ, ਦਿਲੀ ਤੌਰ ਤੇ ਕੀਤਾ ਜਾਵੇ। ਜੋ ਕੰਮ ਹੈ, ਗੁਰਦੇਵ ਮਹਾਰਾਜ ਜੀ ਨੇ, ਬਾਬਾ ਸ਼ੇਖ ਫਰੀਦ ਜੀ ਕੀ ਸਮਝਾਉਂਦੇ ਨੇ? ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਕਹਿੰਦੇ ਸੱਚੇ ਤੇ ਉਹ ਨੇ ਜਿਹੜੇ ਦਿਲ ਤੋਂ ਕਰਦੇ ਨੇ, ਜਿਨ੍ਹਾਂ ਨੇ ਬਾਹਰੀ ਤੌਰ ਤੇ ਸਰੀਰ ਤੇ ਚੰਗੇ ਕੱਪੜੇ, ਬਸਤਰ, ਖੂਬਸੂਰਤ ਪਾਏ, ਉਹ ਨਹੀਂ, ਸਗੋਂ ਮਨ ਕਰਕੇ ਦਿਲੀ ਤੌਰ ਤੇ ਲੱਗੇ ਨੇ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ,
ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਕਹਿੰਦੇ ਪ੍ਰਗਟ, ਕਿਉਂਕਿ ਜਿਹੜੀ ਕੁਆਲਿਟੀ ਹੁੰਦੀ ਹਮੇਸ਼ਾ ਉਹ ਗੁੱਝੀ ਨਹੀਂ ਰਹਿੰਦੀ। ਕਿਸੇ ਦੇ ਅੰਦਰ ਕੋਈ ਕੁਆਲਿਟੀ ਹੋਵੇ, ਫੇਮਸ ਜ਼ਰੂਰ ਹੋਵੇਗੀ, ਉਹਦੇ ਕਦਰਦਾਨ ਸੰਸਾਰ ਦੇ ਉੱਤੇ ਜ਼ਰੂਰ ਹੋਣਗੇ। ਨਾਨਕ ਸੋ ਸੇਵਕ, ਸੋ ਦਾ ਭਾਵ ਉਹ, ਬਾਣੀ ਦੇ ਅੰਦਰ ਇਹ ਸੱਸੀ ਨਹੋੜੇ ਦੇ ਨਾਲ ਵੀ ਤੇ ਸੱਸੀ ਨੂੰ ਔਂਕੜ ਦੇ ਨਾਲ ਵੀ, ਸੁ ਵੀ ਹੈ ਤੇ ਸੋ ਵੀ ਹੈ। ਜਿੱਥੇ ਸੱਸੇ ਨੂੰ ਔਂਕੜ ਹੈ ਉੱਥੇ ਧਿਆਨ ਦੇ ਨਾਲ ਵੇਖਣਾ ਹੈ। ਸੁ, ਜੇ ਸੁ ਹੈ ਤੇ ਸੋ ਕਰਨਾ ਹੈ, ਜੇ ਹੋੜਾ ਹੈ ਤੇ ਸੋ। ਨਾਨਕ ਸੋ ਸੇਵਕ, ਸੋ ਦਾ ਭਾਵ ਉਹ, ਦਹਿ ਦਿਸ ਪ੍ਰਗਟਾਇਆ। ਵੈਸੇ ਦਹਿ ਦਾ ਭਾਵ ਹੁੰਦਾ 10, ਆਮ ਕਰਕੇ ਇਹਦਾ ਉਚਾਰਨ ਇੱਕ ਇਹ ਵੀ ਹੈ ਦਾਹ ਦਿਸ, ਇਹ ਵੀ ਠੀਕ ਉਚਾਰਨ ਹੈ, ਦਹਿ ਦਿਸ ਵੀ ਕੀਤਾ ਜਾਂਦਾ ਹੈ। ਹੁਣ ਵੇਖੋ ਧਿਆਨ ਦੇ ਨਾਲ, ਦੱਦਾ ਤੇ ਹਾਹਾ ਸ਼ਬਦ ਹੈ। ਹੁਣ ਚੰਗੀ ਤਰ੍ਹਾਂ ਦੀ ਜੇ ਆਪ ਜੀ ਘੋਖ ਪ੍ਰਚਾਰ ਕਰੋਗੇ ਬਾਣੀ ਦੇ ਅੰਦਰ, ਪੰਜਾਬੀ ਸਾਹਿਤ ਦੇ ਅੰਦਰ ਹਾਹੇ ਦੀ ਜਗ੍ਹਾ ਦੇ ਉੱਤੇ ਸੱਸੇ ਦੀ ਵਰਤੋਂ ਬਹੁਤ ਜਗ੍ਹਾ ਤੇ ਹੋ ਜਾਂਦੀ ਹੈ। ਜਿਵੇਂ ਆਪ ਜੀ ਨੇ ਸੁਣਿਆ ਹੋਵੇਗਾ ਹਫਤਾ, ਹਫਤ, 7 ਦਿਨਾਂ ਦੇ ਵਾਸਤੇ ਅਸੀਂ ਸ਼ਬਦ ਵਰਤਦੇ ਹਾਂ ਹਫਤ, ਹਫਤਾ। ਵੈਸੇ ਸ਼ਬਦ ਹੈ ਸਪਤ। ਆਪ ਜੀ ਨੇ ਇੱਕ ਹੋਰ ਸ਼ਬਦ ਸੁਣਿਆ ਹੋਵੇਗਾ ਸਪਤ ਸਿੰਧੂ, ਭਾ ਪੰਜਾਬ ਦਾ ਪਹਿਲਾ ਨਾਮ 7 ਦਰਿਆਵਾਂ ਦੇ ਕਰਕੇ ਸਪਤ ਸਿੰਧੂ ਸੀ। ਸਪਤ ਫਾਰਸੀ ਦਾ ਸ਼ਬਦ ਹੈ, ਸ਼ਬਦ ਦਾ ਭਾਵ 7, ਸੱਸੇ ਦੀ ਜਗ੍ਹਾ ਦੇ ਉੱਤੇ ਹਾਹਾ ਆ ਗਿਆ, ਹਫਤ। ਇਸੇ ਤਰ੍ਹਾਂ ਹੋਰ ਕਈ ਸ਼ਬਦ ਨੇ, ਘਾਸ, ਘਾਸ ਵੀ ਸ਼ਬਦ ਸੁਣਿਆ ਹੋਵੇਗਾ, ਘਾਹ, ਪਰ ਅਸੀਂ ਘਾਹ ਕਹਿੰਦੇ ਹਾਂ, ਪਰ ਘਾਸ ਸ਼ਬਦ ਵੀ ਹੈ। ਤੇ ਇਸੇ ਤਰ੍ਹਾਂ 10 ਸ਼ਬਦ ਵੀ ਸੁਣਿਆ ਹੋਵੇਗਾ, ਆਮ ਕਰਕੇ ਅਸੀਂ ਵਰਤੋਂ ਕਰਦੇ ਹਾਂ। 10 ਰੁਪਏ, 10 ਰੁਪਏ ਦੀ ਅਸੀਂ ਵਰਤੋਂ ਕਰਦੇ ਹਾਂ। ਉਸੇ ਜਗ੍ਹਾ ਤੇ ਸੱਸੇ ਜਗ੍ਹਾ ਤੇ ਹਾਹਾ ਆ ਗਿਆ, ਦਾਹ। ਹੈ ਇੱਕੋ ਚੀਜ਼ ਹੀ, ਭਾਵੇਂ 10 ਹੋਵੇ ਭਾਵੇਂ 10 ਹੋਵੇ। 10 ਦਿਸ਼ਾਵਾਂ ਮੰਨੀਆਂ ਜਾਂਦੀਆਂ ਨੇ, 10 ਦਾ ਭਾਵ 10। 4 ਦਿਸ਼ਾਵਾਂ ਦੇ ਬਾਰੇ ਜਾਣਦੇ ਹੋ, 4 ਇਹ ਦਿਸ਼ਾਵਾਂ, 4 ਇਹਨਾਂ ਦੀਆਂ ਉਪ ਦਿਸ਼ਾਵਾਂ, ਭਾਵ 2 ਨੂੰ ਡਿਵਾਈਡ ਕਰਕੇ ਉਹਦੇ ਵਿਚਕਾਰ ਇੱਕ ਹੋਰ ਦਿਸ਼ਾ ਹੈ। 4 ਤੇ 4 8, ਇੱਕ ਆਕਾਸ਼ ਤੇ ਇੱਕ ਧਰਤੀ, ਉਤਾਂ ਤੇ ਹੇਠਾਂ, ਭਾਵ 10 ਦਿਸ਼ਾਵਾਂ ਪ੍ਰਗਟਾਇਆ, ਭਾਵ ਸਾਰੇ ਪਾਸੇ। ਇਹਦਾ ਭਾਵ ਹੈ ਸਾਰੇ ਪਾਸੇ, ਚੁਫੇਰ, ਹਰ ਜਗ੍ਹਾ ਤੇ ਉਹ ਪ੍ਰਗਟ ਰਹਿੰਦਾ ਹੈ। ਉਹਨੂੰ ਪ੍ਰਗਟ ਹੋਣ ਵਾਸਤੇ ਕਿਸੇ ਮਸ਼ਹੂਰੀ ਦੀ, ਐਡ ਦੀ ਲੋੜ ਨਹੀਂ ਪੈਂਦੀ, ਕਿਉਂਕਿ ਕੁਆਲਿਟੀ ਉਹ ਆਪੇ ਹੀ ਉੱਗੀ ਹੋ ਜਾਂਦੀ ਹੈ। ਸੰਸਾਰ ਦੇ ਉੱਤੇ ਜਿੱਥੇ ਮਾੜੇ ਲੋਕ ਨੇ ਉੱਥੇ ਚੰਗਾ ਸੁਣਨ ਵਾਲੇ, ਚੰਗਾ ਵੇਖਣ ਵਾਲੇ ਵੀ ਲੋਕ ਨੇ। ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸ਼ਕਰ ਕੋਟ ਲਾਖੈ, ਜਿਸਕਾ ਸਾਸ ਨ ਕਾਢਤ ਆਪ, ਤਾਕੋ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਂਤ, ਤਿਸਕੇ ਕਰਤਬ ਬਿਰਥੇ ਜਾਤ, ਮਾਰੈ ਨਾ ਰਾਖੈ ਅਵਰ ਨ ਕੋਈ। ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ। 5ਵੀਂ ਅਸ਼ਟਪਦੀ। ਨਿੱਕੀ ਕੀਰੀ ਮਹਿ ਕਲ ਰਾਖੈ, ਕਲ ਦਾ ਭਾਵ ਹੁੰਦਾ ਹੈ ਸੱਤਿਆ, ਭਾਵ ਤਾਕਤ। ਉਹ ਕੀੜੀ ਤੋਂ ਵੀ ਕੀੜੀ ਦੀ ਰੱਖਿਆ ਕਰਨ ਵਾਲਾ ਹੈ। ਗੁਰਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ, ਕੀੜਾ ਥਾਪ ਦੇ ਪਾਤਸ਼ਾਹੀ। ਉਹ ਪਾਤਸ਼ਾਹੀ ਹਮੇਸ਼ਾ ਕੀੜੀਏ ਨੂੰ ਦਿੰਦਾ ਹੈ। ਤਾਕਤ ਜਿਸ ਦੇ ਬਾਰੇ ਕੋਈ ਸੋਚਦਾ ਹੈ ਕਿ ਇਹ ਤਾਕਤਵਰ ਨਹੀਂ ਬਣ ਸਕਦਾ, ਪਰਮਾਤਮਾ ਉਹਨਾਂ ਨੂੰ ਤਾਕਤਵਰ ਬਣਾ ਦਿੰਦਾ ਹੈ। ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ, ਇਹ ਆਖਿਆ ਜਾਂਦਾ ਕਿ ਇਹ ਤਾਕਤਵਰ ਨਹੀਂ। ਵਾਹਿਗੁਰੂ ਪਰਮਾਤਮਾ ਨੀਕੀ ਕੀਰੀ ਮੈਂ ਕਲ ਰਾਖੈ, ਭਸਮ ਕਰੈ ਲਸ਼ਕਰ ਕੋਟ ਲਾਖੈ। ਦੂਜੇ ਪਾਸੇ ਬਹੁ ਗਿਣਤੀ ਹੁੰਦੀ ਹੈ, ਲਸ਼ਕਰਾਂ ਦੇ ਲਸ਼ਕਰ ਹੁੰਦੇ ਨੇ, ਉਹਨਾਂ ਨੂੰ ਤਬਾਹ ਕਰ ਦਿੰਦਾ ਹੈ। ਜਿਵੇਂ ਇਲੈਕਸ਼ਨ ਵੀ ਹੁੰਦੇ ਨੇ, ਕਈ ਵਾਰ ਇਹ ਵੀ ਹੁੰਦਾ ਹੈ ਕਿ ਵਿਰੋਧੀ ਜਿਹੜੀ ਧਿਰ ਹੈ ਉਹਦੇ ਬਾਰੇ ਸੋਚਦੇ ਨੇ ਕਿ ਇਹ ਪਹਿਲਾਂ ਤੇ ਇਹ ਸਥਾਪਿਤ ਧਿਰ ਹੈ, ਇਹ ਪਹਿਲਾਂ ਦੀ ਪਾਰਟੀ, ਇਹ ਜਿੱਤੇਗੀ।
ਪਰ ਜਿਸ ਵੇਲੇ ਹਵਾ ਬਦਲਣੀ ਹੈ, ਜਿਸ ਵੇਲੇ ਚੇਂਜ ਆਉਣਾ ਹੈ, ਪਰਿਵਰਤਨ ਆਉਣਾ ਹੈ, ਉਸ ਵੇਲੇ ਜਿਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਹੁੰਦਾ ਉਹ ਵੀ ਜਿੱਤ ਜਾਂਦੇ ਨੇ। ਭਾਵ ਕਿ ਵੱਡੇ ਤੋਂ ਵੱਡਾ ਲਸ਼ਕਰ ਤੁਹਾਡੀ ਵਿਰੋਧੀ ਧਿਰ ਦੇ ਵਿੱਚ ਭਾਵੇਂ ਲੋਕ ਜ਼ਿਆਦਾ ਨੇ, ਇਹ ਵੇਖਣ ਦੀ ਲੋੜ ਨਹੀਂ, ਪਰ ਪ੍ਰਮਾਤਮਾ ਦਾ ਹੱਥ ਕਿਹਦੇ ਵੱਲ ਇਹ ਵੇਖਣ ਦੀ ਲੋੜ ਹੈ। ਭਸਮ ਕਰੈ ਲਸ਼ਕਰ ਕੋਟ ਲੱਖ ਹੈ, ਪਰ ਜਿਹੜਾ ਕੀੜੀ ਦਾ ਸੁਭਾਅ ਹੋਣਾ ਚਾਹੀਦਾ, ਕੀੜੀ ਦਾ ਸੁਭਾਅ ਨਿਮਰਤਾ, ਭਾਵ ਇਨਸਾਨ ਦੇ ਅੰਦਰ ਨਿਮਰਤਾ ਹੋਣੀ ਚਾਹੀਦੀ ਹੈ। ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕੀੜੀ ਤੋਲ ਨਾ ਹੋਵਨੀ ਜੇ ਤਿਸ ਮਨਹੁ ਨਾ ਵੀਸਰੈ। ਕਹਿੰਦੇ ਕਿ ਉਹ ਕੀੜੀ ਵਰਗਾ ਜਿਹੜਾ ਮਨੁੱਖ ਹੈ, ਨਿਮਰਤਾ ਦੇ ਅੰਦਰ ਜਿਹੜਾ ਹੈ, ਉਹਨੂੰ ਕੋਈ ਤੋਲ ਨਹੀਂ ਸਕਦਾ। ਭਾਵ ਉਹਦੇ ਬੋਲ ਇੰਨੇ ਵੱਡੇ ਨੇ, ਜਿਹੜੇ ਧਾਰਮਿਕ ਰਹਿਬਰ ਪਹੁੰਚੇ ਹੋਏ ਜਿਹੜੇ ਹੁੰਦੇ ਨੇ, ਜਿਨ੍ਹਾਂ ਦੇ ਕੋਲ ਧਨ ਪਦਾਰਥ ਕੋਈ ਨਹੀਂ, ਸਹੂਲਤਾਂ ਕੋਈ ਨਹੀਂ, ਪਰ ਉਹਨਾਂ ਦੇ ਬੋਲ ਇੰਨੇ ਚੰਗੇ ਹੁੰਦੇ ਨੇ ਕਿ ਸੋਚਣ ਦੇ ਉੱਤੇ ਇਨਸਾਨ ਨੂੰ ਮਜਬੂਰ ਕਰ ਦਿੰਦੇ ਨੇ ਕਿ ਇਹਦੇ ਬੋਲਾਂ ਦਾ ਮਤਲਬ ਕੀ ਹੈ। ਇੰਨੀ ਡੂੰਘੀ ਗੱਲ ਉਹ ਕਰ ਦਿੰਦੇ ਨੇ। ਮਹਾਰਾਜ ਜੀ ਹੀ ਬਖਸ਼ਿਸ਼ ਕਰਦੇ ਕਿ ਜੇ ਪ੍ਰਮਾਤਮਾ ਨਾ ਭੁੱਲੇ, ਕੀੜੀ ਤੁਲਨਾ ਹੋਵਣੀ ਜੇ ਤਿਸ ਮਨਹੁ ਨਾ ਵੀਸਰੈ। ਪ੍ਰਮਾਤਮਾ ਨਹੀਂ ਭੁੱਲਣਾ ਚਾਹੀਦਾ। ਜੇ ਕੀੜੀ ਦੇ ਅੰਦਰ ਵੀ, ਭਾਵ ਨਿਮਰਤਾ ਵਾਲੇ ਮਨੁੱਖ ਦੇ ਅੰਦਰ ਨਿਮਰਤਾ ਹੈ, ਉਹ ਵਿਰੋਧੀ ਧਿਰ ਨੂੰ ਵੀ ਜਿੱਤ ਲਵੇਗਾ। ਜਿਸ ਕਾ ਸਾਸ ਨਾ ਕਾੜਤ ਆਵੇ, ਇੱਥੇ ਜਿੱਦਾਂ ਆਪ ਜੀ ਨੇ ਪਹਿਲਾਂ ਸਰਵਣ ਕੀਤਾ ਸੀ, ਦਾਹਾ ਦਿਸ, ਤੇ ਇਸੇ ਤਰ੍ਹਾਂ ਸਾਹ ਵੀ ਆਮ ਕਰਕੇ ਅਸੀਂ ਕਹਿੰਦੇ ਹਾਂ ਤੇ ਸਾਸ ਵੀ ਕਹਿੰਦੇ ਹਾਂ। ਜਿਸ ਕਾ ਸਾਸ, ਸਾਸ ਦਾ ਭਾਵ ਸਾਹ, ਨਾ ਕਾੜਤ ਆਪ, ਵਾਹਿਗੁਰੂ ਪਰਮਾਤਮਾ ਉਹਨਾਂ ਦੇ ਪੱਖ ਦੇ ਵਿੱਚ ਰਹਿੰਦਾ ਹੈ। ਤਾਕੋ ਰਾਖਤ ਦੇ ਕਰ ਹਾਥ, ਪਰਮਾਤਮਾ ਉਹਨਾਂ ਨੂੰ ਹੱਥ ਦੇ ਕੇ ਰੱਖਦਾ ਹੈ, ਬਚਾ ਕਰਦਾ ਹੈ। ਮਾਨਸ ਯਤਨ ਕਰਤ ਬਹੁ ਭਾਂਤ, ਵਿਰੋਧੀ ਜਿਹੜੇ ਹੁੰਦੇ ਨੇ ਮਨੁੱਖ, ਉਹ ਯਤਨ ਕਰਦੇ ਨੇ ਕਿ ਅਸੀਂ ਇਸ ਨੂੰ ਢਾ ਲਵਾਂਗੇ, ਇਸ ਨੂੰ ਬਰਬਾਦ ਕਰ ਦੇਵਾਂਗੇ। ਮਾਨਸ ਯਤਨ ਕਰਤ ਬਹੁ ਭਾਂਤ, ਤਿਸਕੇ ਕਰਤ ਬਿਰਥੇ ਜਾਤ, ਵਿਰੋਧੀਆਂ ਦੇ ਜਿਹੜੇ ਸਾਰੇ ਕਰਮ ਨੇ ਉਹ ਬਿਰਥੇ ਜਾਂਦੇ ਨੇ। ਭਾਵ ਉਹ ਦਬਾਉਣਾ ਚਾਹੁੰਦੇ ਨੇ ਸੱਚ ਨੂੰ, ਪਰ ਸੱਚ ਦਬਦਾ ਨਹੀਂ। ਮਾਰੈ ਨਾ ਰੱਖੈ ਅਵਰ ਨਾ ਕੋਈ, ਹੋਰ ਕੋਈ ਮਾਰਨ ਨਾ ਰੱਖਣ ਵਾਲਾ ਨਹੀਂ। ਸਰੀਰਕ ਤੌਰ ਤੇ ਮਰਨ ਨਹੀਂ ਹੁੰਦਾ, ਸਗੋਂ ਇੱਥੇ ਆਤਮਿਕ ਤੌਰ ਤੇ ਮਰਨਾ। ਕੋਈ ਕਿਸੇ ਨੂੰ ਆਤਮਿਕ ਤੌਰ ਤੇ ਮਾਰ ਨਹੀਂ ਸਕਦਾ, ਡੁਲਾ ਨਹੀਂ ਸਕਦਾ, ਕਿਉਂਕਿ ਕੋਈ ਸਰੀਰ ਨੂੰ ਕੱਟ ਵੱਢ ਸਕਦਾ ਹੈ, ਪਰ ਮਨ ਨੂੰ ਤੇ ਕੱਟ ਵੱਢ ਨਹੀਂ ਸਕਦਾ। ਮਨ ਪੰਜ ਭੂਤਕ ਨਹੀਂ ਬਣਿਆ ਹੋਇਆ, ਮਨ ਨੂੰ ਕੋਈ ਫੜ ਨਹੀਂ ਸਕਦਾ। ਕਿਸੇ ਦੇ ਖਿਆਲ, ਕੋਈ ਵੀ ਕਿਸੇ ਨੂੰ ਸਜ਼ਾ, ਸਰੀਰ ਨੂੰ ਸਜ਼ਾ ਦੇ ਸਕਦੇ ਨੇ, ਮਨ ਨੂੰ ਸਜ਼ਾ ਨਹੀਂ, ਉਹਦੇ ਖਿਆਲਾਂ ਨੂੰ ਸਜ਼ਾ ਨਹੀਂ। ਉਹ ਸੋਚ ਰਹੇ ਹੈ, ਕੋਈ ਭਾਵੇਂ ਜੇਲ੍ਹ ਦੇ ਅੰਦਰ ਬੈਠਾ, ਭਾਵੇਂ ਸਰਕਾਰਾਂ ਜਿਹੜੀਆਂ ਨੇ ਉਹ ਜਿਹੜੇ ਸੱਚ ਮਾਰਗ ਤੇ ਚੱਲਦੇ ਨੇ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਰੱਖਦੀਆਂ ਨੇ। ਜੇਲ੍ਹ ਦੇ ਵਿੱਚ ਸਰੀਰ ਤੇ ਰੱਖਿਆ ਜਾ ਸਕਦਾ ਹੈ, ਪਰ ਉਹ ਸੋਚਦੇ ਰਹਿੰਦੇ ਨੇ ਕਿ ਅਗਾਂਹ ਹੁਣ ਇਹ ਕੰਮ ਕਰਾਂਗੇ, ਇਵੇਂ ਹੋਣਾ ਚਾਹੀਦਾ ਹੈ, ਇਵੇਂ ਹੋਣਾ ਚਾਹੀਦਾ ਹੈ, ਪਰ ਉਹਨਾਂ ਨੂੰ ਸੋਚਣ ਤੋਂ ਕੋਈ ਨਹੀਂ ਰੋਕ ਸਕਦਾ। ਇਹੀ ਗੱਲ ਮਹਾਰਾਜ ਜੀ ਕਹਿੰਦੇ, ਆਤਮਿਕ ਤੌਰ ਤੇ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਮਾਰੈ ਨਾ ਰੱਖੈ ਅਵਰ ਨਾ ਕੋਈ, ਅਵਰ ਦਾ ਭਾਵ ਹੋਰ, ਸਰਬ ਜੀਆਂ ਕਾ ਰਾਖਾ ਸੋਈ। ਸਗੋਂ ਜਿਹੜੀ ਗੱਲ ਮਹਾਂਪੁਰਖ ਕਰਦੇ ਨੇ ਕਿ ਮਰਨਾ, ਸਰੀਰ ਤੌਰ ਤੇ ਮਰਨਾ ਮੌਤ ਨਹੀਂ, ਸਗੋਂ ਜਿਹਦੇ ਅੰਦਰ ਅਣਖ ਗੈਰਤ ਮੁੱਕ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਮਰਨਾ ਉਹ ਹੈ। ਸਰੀਰਕ ਮੌਤ ਨਹੀਂ, ਸਗੋਂ ਆਤਮਿਕ ਮੌਤ ਅਸਲ ਦੇ ਵਿੱਚ ਹੈ। ਸਰਬ ਜੀਆਂ ਕਾ ਰਾਖਾ ਸੋਈ, ਉਹਨਾਂ ਦਾ ਰਾਖਾ ਬਣਦਾ ਹੈ, ਡੋਲਣ ਨਹੀਂ ਦਿੰਦਾ। ਭਾਵ ਕਾਹੇ ਸੋਚ ਕਰੈ ਰੇ ਪ੍ਰਾਣੀ, ਹੇ ਪ੍ਰਾਣੀ ਤੂੰ ਕਾਹਦੇ ਵਾਸਤੇ ਸੋਚਦਾ ਹੈ। ਭਾਵ ਮਨ ਕਿਉਂ ਬੈਰਾਗ ਕਰੇਗਾ। ਆਪ ਜੀ ਨੇ ਸਰਵਣ ਕੀਤਾ ਹੋਵੇਗਾ ਸ਼ਬਦ, ਉੱਥੇ ਬੈਰਾਗ ਦਾ ਅਰਥ ਹੈ ਘਬਰਦਾ ਕਾਹਤੇ ਹੈ। ਉੱਥੇ ਬੈਰਾਗ ਵੈਸੇ ਆਮ ਕਰਕੇ ਸਮਝ ਸਕਦੇ, ਸੋਚ ਸਕਦੇ ਕਿ ਸ਼ਾਇਦ ਬੈਰਾਗ ਦਾ ਭਾਵ ਹੋਵੇਗਾ ਕਿ ਅੱਖਾਂ ਦੇ ਵਿੱਚ ਹੰਝੂ ਆ ਜਾਣੇ, ਅਥਰੂ। ਭਾਵ ਨਹੀਂ, ਉੱਥੇ ਬੈਰਾਗ ਦਾ ਭਾਵ ਹੈ, ਅਰਥ ਭਾਵੇਂ ਆਪ ਜੀ ਜਾ ਕੇ ਵੇਖ ਸਕਦੇ ਹੋ। ਬੈਰਾਗ ਦਾ ਭਾਵ ਹੈ ਘਬਰਦਾ ਕਾਹਤੇ, ਤੂੰ ਡੋਲਦਾ ਕਾਹਤੇ ਹੈ, ਉਹ ਰੱਖਿਆ ਕਰੇਗਾ। ਸਤਿਗੁਰ ਤੇਰਾ ਪੂਰਾ,
सर्व जियां का राखा सोए गुरु तेरा पूरा है, काहे सोच करें रे प्राणी, जप नानक प्रभ अलख विडाणी। ਇਸ ਕਰਕੇ ਉਸ ਅਲੱਖ ਵਾਹਿਗੁਰੂ ਪ੍ਰਮਾਤਮਾ ਨੂੰ ਜਪ, ਉਸ ਨੂੰ ਧਿਆ, ਇਸੇ ਵਿੱਚ ਹੀ ਤੇਰਾ ਭਲਾ ਹੈ, ਤੇਰੀ ਭਲਾਈ ਇਸੇ ਵਿੱਚ ਹੀ ਹੋ ਸਕਦੀ। ਇੱਥੋਂ ਤੱਕ ਆਪ ਜੀਆਂ ਨੇ 5 ਅਸ਼ਟਪਦੀਆਂ ਸਰਵਣ ਕੀਤੀਆਂ। ਬਾਕੀ ਅਸ਼ਟਪਦੀਆਂ ਦੀ ਵਿਚਾਰ ਆਪ ਜੀ ਗੁਰੂ ਦੀ ਕਿਰਪਾ ਦੇ ਨਾਲ ਕੱਲ ਵਾਲੇ ਸਮੇਂ ਦੇ ਵਿੱਚ ਸਰਵਣ ਕਰੋਗੇ। ਇੱਥੇ ਹੀ ਸਮਾਪਤੀ ਹੈ। ਸਾਹਿਬਾਂ ਦੀ ਬਖਸ਼ਿਸ਼ ਫਤਿਹ ਬੁਲੰਦ ਕਰਨਾ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।